ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਤਰਨਜੀਤ ਕੌਰ ਘੁੰਮਣ ਤੇ ਅੱਜ ਲਾਈਫ ਇਨ ਕੈਨੇਡਾ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਦੀਵਾਲੀ ਦੇ ਬਾਰੇ ਵਿੱਚ। ਸੋ ਅਜਿਹਾ ਫੈਸਟੀਵਲ ਜਿਹੜਾ ਕਿ ਇੰਡੀਅਨਸ ਵੱਲੋਂ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਤੇ ਲਗਭਗ 2 ਸਾਲ ਬਾਅਦ ਦੁਨੀਆ ਦੇ ਹਰ ਕੋਨੇ ਵਿੱਚ ਇੱਕ ਵਾਰ ਫਿਰ ਤੋਂ ਉਸੇ ਜੋਸ਼ੋ ਖਰੋਸ਼ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਕਈ ਥਾਵਾਂ ਤੇ ਬੈਨ ਹੋਣ ਦੇ ਬਾਵਜੂਦ ਪਟਾਕੇ ਬਹੁਤ ਜ਼ਿਆਦਾ ਚੱਲੇ ਨੇ, ਪੋਲਿਊਸ਼ਨ ਬਹੁਤ ਜ਼ਿਆਦਾ ਵਧਿਆ ਉੱਥੇ, ਖਾਸ ਤੌਰ ਤੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਦੂਜੇ ਪਾਸੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਨਿਊਯਾਰਕ ਸਗੋਂ ਉੱਥੇ ਵੀ ਜਿਹੜੇ ਪਟਾਕੇ ਆ ਬਹੁਤ ਜ਼ਿਆਦਾ ਚੱਲੇ ਆ। ਹਾਲਾਂਕਿ ਬ੍ਰੈਂਪਟਨ ਦੀ ਜੇ ਅਸੀਂ ਗੱਲ ਕਰੀਏ, ਮਿਨੀ ਪੰਜਾਬ, ਮਿਨੀ ਇੰਡੀਆ ਜਿਸ ਨੂੰ ਕਿਹਾ ਜਾਂਦਾ, ਬ੍ਰੈਂਪਟਨ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਇਸ ਵਾਰੀ ਪਟਾਕੇ ਚੱਲੇ ਨੇ। ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਸਮਾਂ ਦਿੱਤਾ ਗਿਆ ਸੀ ਕਿ 2 ਘੰਟੇ ਦੇ ਵਿੱਚ ਤੁਸੀਂ ਪਟਾਕੇ ਚਲਾ ਸਕਦੇ ਹੋ ਤੇ ਇੱਕ ਲਿਮਿਟ ਵੀ ਦਿੱਤੀ ਗਈ ਸੀ ਕਿ ਇੰਨੇ ਮੀਟਰ ਤੋਂ ਉੱਚੇ ਦਾ ਪਟਾਕਾ ਜਿਹੜਾ ਤੁਸੀਂ ਆਪਣੇ ਡਰਾਈਵ ਵਿੱਚ ਨਹੀਂ ਚਲਾ ਸਕਦੇ। ਪਰ ਇਹਦੇ ਬਾਵਜੂਦ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਇੱਥੇ ਪਟਾਕੇ ਚਲਾਏ ਨੇ ਤੇ ਬ੍ਰੈਂਪਟਨ ਦੇ ਵਿੱਚ ਵੀ ਪੋਲਿਊਸ਼ਨ ਦੇਖਣ ਨੂੰ ਮਿਲਿਆ। ਸੋ ਬ੍ਰੈਂਪਟਨ ਦੇ ਵਿੱਚ ਜਿਹੜੇ ਇਸ ਵਕਤ ਇੰਡੀਅਨਸ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਸਟੂਡੈਂਟਸ ਨੂੰ ਪੁੱਛਦੇ ਹਾਂ ਜਿਨ੍ਹਾਂ ਨੇ ਪਹਿਲੀ ਦੀਵਾਲੀ ਇਸ ਵਾਰੀ ਇੱਥੇ ਮਨਾਈ ਆ, ਉਹਨਾਂ ਨੂੰ ਪੁੱਛਦੇ ਹਾਂ ਕਿ ਦੀਵਾਲੀ ਕਿਸ ਤਰੀਕੇ ਦੀ ਰਹੀ ਤੇ ਬ੍ਰੈਂਪਟਨ ਵਿੱਚ ਦੀਵਾਲੀ ਦੇ ਮੌਕੇ ਤੇ ਕਿਹੋ ਜਿਹੀਆਂ ਰੌਣਕਾਂ ਲੱਗੀਆਂ, ਇੰਡੀਆ ਨੂੰ ਕਿੰਨਾ ਕੁ ਮਿਸ ਕੀਤਾ, ਇੰਡੀਆ ਦੀ ਦੀਵਾਲੀ ਨੂੰ ਕਿੰਨਾ ਕੁ ਮਿਸ ਕੀਤਾ। ਸੋ ਚੱਲਦੇ ਹਾਂ ਜੀ ਮੇਰੇ ਨਾਲ, ਜਾਣਦੇ ਹਾਂ ਦੀਵਾਲੀ ਦਾ ਹਾਲ ਚਾਲ। ਸੋ ਅੰਮ੍ਰਿਤਸਰ ਦੇ ਰਵੀ ਸ਼ਰਮਾ ਜੀ ਇਸ ਵਕਤ ਸਾਡੇ ਨਾਲ ਮੌਜੂਦ ਨੇ। ਵੈਸੇ ਕਹਿੰਦੇ ਹੁੰਦੇ ਆ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ, ਤਾਂ ਬੇਸਿਕਲੀ ਅੰਮ੍ਰਿਤਸਰ ਤੋਂ ਹੀ ਨੇ ਇਹ ਬਿਲੋਂਗ ਕਰਦੇ ਹੋਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਕਿੱਦਾਂ ਦੀ ਰਹੀ ਤੁਹਾਡੀ ਦੀਵਾਲੀ ਇਸ ਵਾਰ? ਦੀਵਾਲੀ ਬਹੁਤ ਵਧੀਆ ਰਹੀ, ਬਹੁਤ ਮਜ਼ਾ ਆਇਆ। ਆਈ ਥਿੰਕ ਦਿਸ ਟਾਈਮ ਇਟ ਵਾਸ ਯੂਨੀਕ ਕਿਉਂਕਿ ਪਿਛਲੇ ਸਾਲ ਸ਼ਾਇਦ ਕਰੋਨਾ ਕਰਕੇ ਇੰਨਾ ਕਰੇਜ਼ ਨਹੀਂ ਸੀ, ਬਟ ਇਸ ਵਾਰੀ ਆ ਦੇਖੋ ਭਾਜੀ ਹੋਰੀ ਨੇ ਵਿੰਸਰ ਤੋਂ ਆਏ ਹੋਏ ਨੇ, ਠੀਕ ਹੈ, ਇਹ ਓਟਵਾ ਤੋਂ ਆਏ ਨੇ, ਦੇ ਵਰ ਹੇਅਰ ਜਸਟ ਫॉर ਦੀਵਾਲੀ, ਜਸਟ ਟੂ ਸੀ ਦੀਵਾਲੀ ਇਨ ਬ੍ਰੈਂਪਟਨ। ਬਹੁਤ ਮਜ਼ਾ ਆਇਆ ਦੀਵਾਲੀ ਤੇ, ਵੀ ਹੈਡ ਗ੍ਰੇਟ ਫਨ। ਕਿੰਨਾ ਕੁ ਅੰਮ੍ਰਿਤਸਰ ਨੂੰ ਮਿਸ ਕੀਤਾ ਕਿਉਂਕਿ ਅੰਮ੍ਰਿਤਸਰ ਦੀ ਤਾਂ ਵੈਸੇ ਦੀਵਾਲੀ ਬਹੁਤ ਫੇਮਸ ਹੈ? ਮੈਂ ਐਕਚੁਅਲੀ ਸਾਡੇ WhatsApp ਗਰੁੱਪ ਬਣਿਆ ਹੋਇਆ, ਉੱਥੇ ਮੈਂ ਆਪਣੇ ਕਾਫੀ ਦੋਸਤਾਂ ਦੇ ਇਨ ਟੱਚ ਰਹਿੰਦਾ ਵਾਂ ਤੇ ਉਹਨਾਂ ਨੂੰ ਮੈਂ ਐਕਚੁਅਲੀ ਕਹਿ ਰਿਹਾ ਸੀ ਐਂਡ ਆਈ ਡ੍ਰੌਪਡ ਅ ਮੈਸੇਜ ਇਨ ਦ ਮਾਰਨਿੰਗ ਇਟਸੈਲਫ ਕਿ ਮੈਂ ਇਸ ਵਾਰੀ ਬ੍ਰੈਂਪਟਨ ਦੇ ਵਿੱਚ ਦੀਵਾਲੀ ਅੰਮ੍ਰਿਤਸਰ ਦੀ ਨੂੰ ਬਹੁਤ ਹੀ ਘੱਟ ਮਿਸ ਕੀਤਾ। ਐਂਡ ਯਾ ਐਕਚੁਅਲੀ ਬਿਕਾਜ਼ ਮੈਂ ਬਹੁਤ ਟਰੈਵਲ ਕਰ ਦਿੰਦਾ ਬਾਹਰ ਵੀ, ਯੂਰਪ ਇੱਧਰ ਉੱਧਰ ਕਾਫੀ, ਬਟ ਮੈਨੂੰ ਇਸ ਵੇਲੇ ਲੱਗਾ ਕਿ ਆਈ ਐਮ ਦੇਅਰ ਇਨ ਅੰਮ੍ਰਿਤਸਰ, ਮੈਨੂੰ ਬਹੁਤ ਮਜ਼ਾ ਆਇਆ। ਦੀਵਾਲੀ ਬਾਕੀ ਹੈਵਿੰਗ ਸੈਡ ਦਿਸ, ਜੋ ਗੋਲਡਨ ਟੈਂਪਲ ਦੀ ਰੌਣਕ ਹੁੰਦੀ ਹੈ, ਜੋ ਬਾਜ਼ਾਰਾਂ ਦੀ ਰੌਣਕ ਹੈ, still we have some to catch up, but I think we have come a long way. Diwali was awesome this time. ਬਿਲਕੁਲ, ਬਟ ਇਸ ਵਾਰੀ ਆਪਾਂ ਦੀਵਾਲੀ ਦੀ ਗੱਲ ਕਰੀਏ ਵੀਕਡੇਸ 'ਚ ਆ ਗਈ ਸੀ, ਥਰਸਡੇ ਨੂੰ, ਸੋ ਕੰਮ ਕੀਤਾ ਜਾਂ ਫਿਰ ਚਿਲ ਮਾਰੀ? ਨਹੀਂ ਆਪਾਂ ਹਾਫ ਡੇ ਲੈ ਲਿਆ ਸੀ ਥਰਸਡੇ ਨੂੰ, then we spent the time with the family. In the evening we had the time with the relatives, with the family. ਅਗਲੇ ਦਿਨ ਆਪਾਂ ਹਾਫ ਡੇ ਲੇਟ ਗਏ ਹਾਂ, right? So and Diwali continues, right? ਅੱਜ ਵੀ ਵੀਕਐਂਡ ਤੇ ਵੀ ਦੀਵਾਲੀ ਚੱਲ ਰਹੀ ਹੈ, we are having get togethers, we are having party with the friends. ਐਂਡ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਸਾਰੀ ਕਮਿਊਨਿਟੀਜ਼ ਅੰਡਰਸਟੈਂਡ ਕਰਦੀਆਂ ਨੇ ਕਿ ਦੀਵਾਲੀ ਇੰਡੀਅਨਸ ਦਾ ਬਹੁਤ ਵੱਡਾ ਫੈਸਟੀਵਲ ਆ ਤੇ ਇਹ ਚੀਜ਼ ਨੂੰ ਵੀ ਕਰਦੇ ਐਪਰੀਸ਼ੀਏਟ ਕਰਦੇ ਆ ਤੇ ਹਾਫ ਡੇ ਮਿਲ ਜਾਂਦਾ ਇਸੀ। Oh, absolutely. I'm working with the multinational. They basically, you know, the people from Canada are working and they appreciate, you know, it's a religious holiday. It's a holiday for all Asian people, and Diwali is becoming to me is like an international festival now, right? It's not an Indian festival anymore. So fireworks वगैरह हुए? बहुत ज़्यादा fireworks हुए। मतलब ब्रैम्पटन जो pollution है वो ਤੁਹਾਡਾ ਵੀ ਹੱਥ ਹੈ। No, absolutely, but I think we had great fun because Diwali is incomplete with fireworks, but of course, you know, साडी responsibility है कि that we should be honest with the environment, but fireworks बहुत कीते हैं, मिठाई बहुत खाती है, you know, you can already see that, you know, I'm trying to lose weight now in the coming days, but great fun, yes. So how was your Diwali? Diwali was amazing. Yeah, for sure. Diwali was amazing. Hamari family आई थी and it was much better during COVID. We were missing everyone. So ये वाली Diwali was amazing. We did some fireworks. We had mithaiyan and it was just the best. And even though it's not the same as it would be in India, but I'm grateful for this community. We live in Brampton, so it's amazing that like we get to celebrate it just as well here. After almost 2 years, हम अंदर भी दिवाली पे गए first time. हमने friends को, you know, Diwali gifts दिए and it was just really great. We got to hang out with everyone again after almost 2 years. And Diwali is such a big festival for us, right? It has such a great significance for us. So I'm glad that we were able to do that again. And the city supports it as well, so that's a great thing. So आपकी कोई और कम्युनिटी की फ्रेंड भी होगी जिसने पूछा होगा आपसे कि ये दिवाली क्या होता है और क्या फेस्टिवल है? It's basically not a big thing for them to know about Diwali. So हमारी जब team meetings हुई, they asked us the importance of Diwali and even other names that the festival is celebrated by for other communities, right, by other religions. So everyone was able to share their story. I was able to share कि Diwali का मतलब क्या होता है and everything, and they were well informed of how to wish others Diwali when they next time wish it. And उन्होंने हमसे पूछा like how do you celebrate it and what do you even say the right things to say, like do you say Happy Diwali or Merry Diwali even, right? तो उन्होंने ये सब पूछा and it was just good to
inform others around you. Just like how we are informed of what Christmas is, I think others should be informed of what Diwali is as well. तो फिर इंडियन अटायर्स वगैरह सब कुछ पहना गया, इंडियन ट्रेडिशन सारा? Yeah, full on sharare, and it was just amazing. And we did puja at home, and yeah, it was just great. And then we did fireworks, had a nice dinner at home, and yeah, it was great. बहुत ज़्यादा क्लाइमेट में हम देख सकते हैं कि चेंजेस जो देखने को मिले हैं, स्पेशली जिनमें प्रॉब्लम्स हो रही हैं अस्थमा टाइप, राइट? तो जिन्होंने एक्सट्रेस में ये सब कुछ किया उसके बारे में आप क्या कहना चाहेंगे? Yeah, no, for sure. हम लोगों ने air quality index देखा था on that day, and Brampton got to almost 4 from 1, whereas when you compare India, it was almost at least Delhi was almost at 670. So I think even though it's banned in Delhi mein fireworks are banned, people are grabbing them through illegal ways, and I think they should really care about the environment more, especially for the elderly and kids as well, jinko asthma ki problem hai, and other issues as well, right? Lung cancer is a big one in Delhi. So I think I would just request everyone to please be conscious of your environment and not do things to harm others. So have you ever been back to Delhi जब से आप यहाँ पर आए? Yeah, I have been. I think we went before COVID, so in 2019 was the last time, and that was actually around Delhi. Around Diwali. फैमिली के साथ दिवाली एंटरटेन किया पूरा, और अभी पूरा फेस्टिव सीजन चल रहा है, तो जो हमारे दर्शक इस वक्त आपको देख रहे हैं दुनिया के कोने कोने में, तो उन्हें क्या कहना चाहिए? I would just wish everyone a very happy Diwali, a very happy festive season, whatever you may be celebrating, wherever you may be, and good health to everyone. Please take care of yourselves. Please take care of others around you during COVID. And yeah, I hope you have a great time with your family and friends. ਸਰ ਸਤਿ ਸ਼੍ਰੀ ਅਕਾਲ, ਤੁਹਾਡਾ ਨਾਮ? ਸੁਖਦੀਪ। ਸੁਖਦੀਪ, ਬੇਸਿਕਲੀ ਕਿੱਥੋਂ ਆ ਤੁਸੀਂ? ਬੇਸਿਕਲੀ ਮੈਂ ਇੰਡੀਆ ਤੋਂ ਹਾਂ, ਪਰ ਇਸ ਟਾਈਮ ਲਾਈਕ ਵੀ ਸਟੇ ਇਨ ਵਿੰਡਸਰ, ਤੇ ਹਰ ਸਾਲ ਆਪਾਂ ਵਿੰਡਸਰ ਹੀ ਵੈਸੇ ਦੀਵਾਲੀ ਮਨਾਈ ਦੀ ਹੈ, ਬਟ ਬਿਕੋਜ਼ ਪਿਛਲੇ ਜਿਵੇਂ 1-2 ਸਾਲਾਂ ਤੋਂ ਕੁਝ ਵੀ ਨਹੀਂ ਹੋਇਆ, ਸੋ ਵੀ ਡਿਸਾਈਡਡ ਕਿ ਵੀ ਵਿਲ ਕਮ ਟੂ ਬਰੈਂਪਟਨ, ਜੋ ਕਿ ਬੇਸਿਕਲੀ ਇੰਡੀਆ ਹੀ ਹੈ, ਇੱਥੇ ਤੁਹਾਨੂੰ ਉਹੀ ਜਿਹੀ ਫੀਲਿੰਗ ਆਉਂਦੀ ਹੈ। ਐਂਡ ਆਪਾਂ ਕਾਲ ਵੀ ਕੀਤੀ ਸੀ ਐਤਕੀ ਵੀ ਸ਼ਾਇਦ ਗੁਰਦੁਆਰੇ ਉੱਥੇ ਫਾਇਰਵਰਕ ਹੁੰਦੇ ਨੇ ਨਾਰਮਲੀ ਹਰ ਦੀਵਾਲੀ 'ਤੇ, ਪਰ ਐਤਕੀ ਨਹੀਂ ਹੋਏ ਉੱਥੇ, ਸੋ ਇਟ ਵਾਜ਼ ਅ ਲਿਟਲ ਡਿਫਰੈਂਟ, ਬਟ ਵੀ ਵਰ ਹੈਪੀ ਕਿ ਆਪਾਂ ਇੱਥੇ ਆਏ ਤੇ ਆਪਾਂ ਬਹੁਤ ਇੰਜੋਏ ਕੀਤਾ। ਸੋ ਵਿੰਸਰ ਦੇ ਮੁਕਾਬਲੇ ਦੀਵਾਲੀ ਦੀਆਂ ਰੌਣਕਾਂ ਬ੍ਰੈਂਪਟਨ 'ਚ ਕਿਵੇਂ ਦੀਆਂ ਲੱਗੀਆਂ? ਇਟਸ ਅ ਲੋਟ ਬੈਟਰ। ਤੁਸੀਂ ਇੱਥੇ ਮਤਲਬ ਆਪਾਂ ਜਦੋਂ ਐਂਟਰ ਕਰ ਰਹੇ ਹਾਂ, ਡਰਾਈਵ ਕਰ ਰਹੇ ਹਾਂ, ਆਪਾਂ ਹਾਈਵੇ ਦੇ ਆਲੇ ਦੁਆਲੇ ਦੇਖ ਸਕਦੇ ਹਾਂ ਕਿ ਫਾਇਰਵਰਕ ਚੱਲ ਰਿਹਾ, ਸੋ ਇਟਸ ਅ ਲੋਟ ਡਿਫਰੈਂਟ। ਤੁਹਾਨੂੰ ਲੱਗਦਾ ਕਿ ਹਾਂ ਥੋੜਾ ਇੰਡੀਆ ਦਾ ਇਨਵਾਇਰਮੈਂਟ ਹੈ, ਜਦ ਕਿ ਉੱਥੇ ਇਹੋ ਜਿਹਾ ਨਹੀਂ ਹੈ, ਤੁਹਾਨੂੰ ਇੰਨਾ ਫੀਲ ਨਹੀਂ ਹੁੰਦਾ ਕਿ ਹਾਂ ਜੀ ਇਟਸ ਅ ਡਿਫਰੈਂਟ ਡੇ, ਸੋ ਡੈਫੀਨੇਟਲੀ ਇਟਸ ਅ ਲੋਟ ਡਿਫਰੈਂਟ। ਬ੍ਰੈਂਪਟਨ ਜਿਹੜਾ ਪੋਲਿਊਸ਼ਨ ਵਧਿਆ ਉਹ 'ਚ ਤੁਸੀਂ ਕਿੰਨਾ ਕੰਟਰੀਬਿਊਸ਼ਨ ਕੀਤਾ? ਨਹੀਂ, ਆਪਾਂ ਵੀ ਵਰ ਸਪੈਕਟੇਟਰਸ, ਸੋ ਆਪਾਂ ਦੇਖਣ ਆਏ ਸੀ ਇੱਥੇ, ਠੀਕ ਹੈ, ਤੇ ਸਾਡਾ ਇੰਨਾ ਯੋਗਦਾਨ ਐਕਟਿਵਲੀ ਨਹੀਂ ਹੈ, ਪੈਸਿਵਲੀ ਹੈ। ਆਪਾਂ ਮਤਲਬ ਡੈਫੀਨੇਟਲੀ ਆਪਾਂ ਭਾਜੀ ਉਹਨਾਂ ਨਾਲ ਸੀ, ਐਂਡ ਵੀ ਇੰਜੋਇਡ। ਐਂਡ ਸੋ ਇੱਥੇ ਉਹ ਚੀਜ਼ਾਂ ਰੌਣਕਾਂ ਦੇਖਣ ਨੂੰ ਮਿਲੀਆਂ ਤੁਹਾਨੂੰ 2 ਸਾਲ ਬਾਅਦ ਆਲਮੋਸਟ ਦੀਵਾਲੀ ਵਰਗਾ ਫੈਸਟੀਵਲ ਮਨਾਉਣ ਦੀ ਮਿਲੀ ਸੀ, ਖੁੱਲ੍ਹ ਮਿਲੀ ਸੀ, ਸੋ ਸਭ ਕੁਝ ਕੀਤਾ ਜਾਂ ਫਨ ਵਗੈਰਾ ਕਿੱਦਾਂ ਕੀਤਾ ਫਰੈਂਡਸ ਨਾਲ? ਸੋ ਐਕਚੁਅਲੀ ਸਾਡੇ ਬੱਚੇ ਬੜੇ ਛੋਟੇ, ਲਾਈਕ 3 ਸਾਲ ਤੇ 5 ਸਾਲ ਦੇ, ਉਹਨਾਂ ਨੇ ਕਦੀ ਦੀਵਾਲੀ ਨਹੀਂ ਦੇਖੀ, ਸੋ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਲਾਈਕ ਕੀ ਹੁੰਦਾ ਦੀਵਾਲੀ, ਸੋ ਆਪਾਂ ਉਹਨਾਂ ਨੂੰ ਇੰਟਰੋਡਿਊਸ ਕਰਨਾ ਚਾਹੁੰਦੇ ਸੀ। ਐਂਡ ਲਾਈਕ ਬਰੈਂਪਟਨ ਵਾਜ਼ ਵਨ ਆਫ ਦਾ ਬੈਸਟ ਪਲੇਸ ਟੂ ਸ਼ੋ ਦੈਮ ਕਿ ਦੀਵਾਲੀ ਕੀ ਹੁੰਦੀ ਹੈ, ਐਂਡ ਦੇ ਵਰ ਵੈਰੀ ਐਕਸਾਈਟਿਡ। ਮੇਰੇ 5 ਸਾਲ ਦੇ ਮੁੰਡੇ ਨੇ ਜਿਵੇਂ ਫਾਇਰਵਰਕਸ ਵਗੈਰਾ ਕੀਤੇ, ਉਹਦੇ ਲਈ ਲਾਈਕ ਬਹੁਤ, ਕਿਉਂਕਿ ਆਪਾਂ ਜਾਂਦੇ ਡੈਟਰੋਇਟ ਰਿਵਰ 'ਤੇ, ਉਹ ਮਤਲਬ ਜਦੋਂ ਕੈਨੇਡਾ ਡੇ ਹੁੰਦਾ ਉਹ ਦੇਖਦੇ ਆ ਉੱਥੇ, ਹਾਂ ਜੀ ਉੱਥੇ ਫਾਇਰਵਰਕ ਹੋਇਆ, ਦੈਟਸ ਇਟ, ਵੀ 1-2 ਘੰਟੇ, ਜਦ ਕਿ ਸਾਨੂੰ ਲੱਗਦਾ ਕਿ ਉਹ 'ਤੇ ਕੁਝ ਵੀ ਨਹੀਂ ਹੈ, ਕਿਉਂਕਿ ਆਪਾਂ ਜਦੋਂ ਗਰੋ ਅਪ ਹੋਏ ਆਪਾਂ ਦੇਖਿਆ। ਸੋ ਹੀ ਵਾਜ਼ ਵੈਰੀ ਐਕਸਾਈਟਿਡ, ਹੀ ਵਾਜ਼ ਵੈਰੀ ਹੈਪੀ। ਇਸ ਹਿਸਾਬ ਨਾਲ ਉਹਨੂੰ ਪਤਾ ਚੱਲ ਰਿਹਾ ਕਿ ਹਾਂ ਵੀ ਇਹ ਵੀ ਇੱਕ ਫੈਸਟੀਵਲ ਹੈ, ਐਂਡ ਵੀ ਸ਼ੁਡ ਇੰਜੋਏ ਦੈਟ। ਸੋ ਹਰਪ੍ਰੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਲਗਭਗ 2 ਮਹੀਨੇ ਹੋਏ ਨੇ ਇਹਨਾਂ ਨੂੰ ਇੱਥੇ ਆਇਆਂ ਨੂੰ, ਤੇ ਇਹਨਾਂ ਨੂੰ ਪੁੱਛਦੇ ਆ, ਇਹਨਾਂ ਨੇ ਪਹਿਲੀ ਦੀਵਾਲੀ ਇੱਥੇ ਕੈਨੇਡਾ 'ਚ ਦੇਖੀ ਹੈ। ਸੋ ਹਰਪ੍ਰੀਤ, 2 ਮਹੀਨੇ ਹੋ ਗਏ, 2 ਮਹੀਨੇ ਦਾ ਐਕਸਪੀਰੀਅੰਸ ਕਿਸ ਤਰੀਕੇ ਦਾ ਲੱਗਿਆ? ਐਕਸਪੀਰੀਅੰਸ ਵਧੀਆ ਸੀ, ਲੇਕਿਨ ਮੈਂ ਦੀਵਾਲੀ ਇੰਡੀਆ ਦੀ ਮਿਸ ਕਰੀ, ਪੰਜਾਬ ਦੀ ਆਪਣੀ ਪੂਰੀ ਜ਼ਿਆਦਾ, ਤੇ ਮੈਨੂੰ 2 ਮਹੀਨੇ ਹੋਏ ਆ, ਤੇ ਇੱਥੇ ਮੇਰੀ ਫੈਮਿਲੀ ਹਲੇ ਹੈ ਨਹੀਂ ਮੇਰੇ ਨਾਲ, ਤਾਂ ਇੰਡੀਆ 'ਚ ਫੈਮਿਲੀ ਨਾਲ ਦੀਵਾਲੀ ਮਨਾਉਣ ਦਾ ਅਲੱਗ ਮਜ਼ਾ ਸੀ, ਪਰ ਇੱਥੇ ਫਰੈਂਡਸ ਨਾਲ ਚਲੋ ਠੀਕ ਰਿਹਾ, ਮਤਲਬ ਕਿ ਇੰਨਾ ਨਾਈਸ ਨਹੀਂ ਕਹਿ ਸਕਦਾ ਜਿੰਨਾ ਆਪਣੇ ਪੰਜਾਬ ਵਿੱਚ ਸੀਗਾ। ਕਿਵੇਂ ਰਹੀ ਦੀਵਾਲੀ, ਸੈਲੀਬ੍ਰੇਟ ਕਿੱਦਾਂ ਕੀਤੀ? ਸੈਲੀਬ੍ਰੇਟ ਬਸ ਘਰੇ ਮੱਥਾ ਟੇਕਿਆ ਫਰੈਂਡਸ ਦੇ ਨਾਲ, ਤੇ ਗੁਰਦੁਆਰਾ ਸਾਹਿਬ ਗਏ, ਤੇ ਉਹਨਾਂ ਨੇ ਥੋੜੇ ਫਾਇਰ ਕਰੈਕਰ ਚਲਾਏ, ਤੇ ਬਾਹਰ ਖੜ ਕੇ ਉੱਥੇ ਇੰਜੋਏ ਕਰਿਆ ਬਸ। ਹੋਰ ਵੈਸੇ ਇਸ ਵਾਰੀ ਦੀਵਾਲੀ ਜਿਹੜੀ ਆ ਥਰਸਡੇ ਦੀ ਆ ਗਈ, ਸੋ ਮੋਸਟਲੀ ਤਾਂ ਫਰੈਂਡ ਵਗੈਰਾ ਸ਼ਿਫਟ ਵਗੈਰਾ ਤੇ ਗਏ ਹੋਣੇ ਕਿ ਛੁੱਟੀ ਕੀਤੀ? ਹਾਂਜੀ, ਨਹੀਂ ਸਾਰੇ ਸ਼ਿਫਟਾਂ ਤੇ ਗਏ ਹੋਏ ਸੀਗੇ, ਤੇ ਉਹ
ਮੋਸਟਲੀ 6 ਵਜੇ ਤੋਂ ਬਾਅਦ ਹੀ ਆਏ ਸੀਗੇ। ਸਾਰੇ ਟਾਇਰਡ ਵੀ ਸੀਗੇ ਪਰ ਆ ਕੇ ਚਲੋ ਫਿਰ ਵੀ ਉਹਨਾਂ ਨੇ ਇੰਜੋਏ ਕਰਿਆ। ਤੇ ਸ਼ਿਫਟਾਂ ਕਿਉਂਕਿ ਮਸਟ ਹੈ, ਤੁਹਾਨੂੰ ਪਤਾ ਵੀ ਇੱਥੇ ਕੰਮ ਤਾਂ ਕਰਨਾ ਹੀ ਪੈਂਦਾ। ਤੁਹਾਨੂੰ ਕਿਵੇਂ ਦਾ ਲੱਗਿਆ 2 ਮਹੀਨਿਆਂ 'ਚ ਇੱਥੋਂ ਦਾ ਮਾਹੌਲ? ਨਹੀਂ, ਮੈਨੂੰ ਮੈਂ ਜਿੱਦਾਂ ਬੇਸਿਕਲੀ ਮੋਹਾਲੀ ਚੰਡੀਗੜ੍ਹ ਤੋਂ ਤਾਂ ਮੈਨੂੰ ਬਿਲਕੁਲ ਹੀ ਚੰਡੀਗੜ੍ਹ ਵਰਗਾ ਮਾਹੌਲ ਲੱਗਿਆ। ਚੰਡੀਗੜ੍ਹ ਵਾਂਗੂ ਹੀ ਇੱਥੇ ਇੰਡੀਅਨਸ ਪੰਜਾਬੀ ਆਪਣੇ ਬਹੁਤ ਜ਼ਿਆਦਾ ਹੈ। ਤੇ ਬਰੈਂਪਟਨ ਮੈਂ ਮਿਸ ਨਹੀਂ ਕਰਿਆ ਮਤਲਬ ਚੰਡੀਗੜ੍ਹ ਨੂੰ ਉਸ ਹਿਸਾਬ ਨਾਲ, ਤਾਂ ਜੇ ਦੇਖਿਆ ਜਾਵੇ ਤਾਂ ਬਹੁਤ ਵਧੀਆ ਹੈ। ਬਰੈਂਪਟਨ ਵਿੱਚ ਪੰਜਾਬੀ ਬਹੁਤ ਆਪਣੇ। 2 ਮਹੀਨਿਆਂ ਵਿੱਚ ਕੋਈ ਇਹੋ ਜਿਹੀ ਚੀਜ਼ ਕੈਨੇਡਾ ਦੀ ਜਿਹੜੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇ? ਬਸ ਇਹੀ ਲੱਗਿਆ ਵੀ ਸਾਰੇ ਮਿਲਣਸਾਰ ਹੈ, ਆਪਣੇ ਇੰਡੀਅਨਸ ਹੈਲਪ ਕਰਦੇ ਆ ਕਾਫੀ। ਪੰਜਾਬੀ ਜਿਹੜੇ ਹੈਗੇ ਕਾਫੀ ਹੈਲਪ ਕਰਦੇ ਆ। ਹਾਂਜੀ, ਕਰਦੇ ਆ, ਕਾਫੀ ਜ਼ਿਆਦਾ ਹੈਲਪ ਕਰਦੇ ਆ। ਤੇ ਤੁਹਾਨੂੰ ਕੰਮ ਵਗੈਰਾ ਮਿਲ ਗਿਆ ਇਹਦੇ ਵਿੱਚ? ਨਹੀਂ, ਮੈਂ ਹਲੇ ਟਰੱਕਿੰਗ ਵਿੱਚ ਸਿੱਖ ਰਿਹਾ ਸੀਗਾ, ਟਰੱਕਿੰਗ ਕਰ ਰਿਹਾ ਤੇ ਮੈਂ ਉਹਦੇ 'ਚ ਬਿਜ਼ੀ ਸੀਗਾ। ਹੁਣ ਥੋੜਾ ਫ੍ਰੀ ਹੋਇਆ ਤਾਂ ਹੁਣ ਮੈਂ ਕੰਮ ਦੇਖ ਰਿਹਾ। ਕੈਨੇਡਾ ਥੋੜਾ ਬਹੁਤ ਘੁੰਮੇ ਫਿਰੇ? ਨਹੀਂ, ਮੈਂ ਪਹਿਲਾਂ ਵੀ ਆਇਆ ਸੀ ਬੇਸਿਕਲੀ ਤੇ 2019 ਵਿੱਚ ਉਦੋਂ ਘੁੰਮਿਆ ਫਿਰਿਆ ਸੀਗਾ। ਤੇ ਹੁਣ ਤਾਂ ਮੈਂ ਆਪਣੇ ਕੰਮ ਵੱਲ ਹੀ ਥੋੜਾ ਜਿਹਾ ਫੋਕਸ ਕਰਕੇ ਆਇਆ ਸੀਗਾ। ਘੁੰਮਿਆ ਥੋੜਾ ਬਹੁਤਾ, ਘੁੰਮਿਆ ਨਾਇਗਰਾ ਫਾਲਸ ਵਗੈਰਾ ਗਿਆ ਤੇ ਹੁਣ ਓਪਨ ਹੋ ਗਿਆ ਹੌਲੀ ਹੌਲੀ ਤਾਂ ਸਾਰੇ ਪਾਸੇ ਆਪਾਂ ਜਾ ਸਕਦੇ ਹਾਂ। ਵੈਕਸੀਨੇਸ਼ਨ ਲੱਗੀ ਹੋਣੀ ਚਾਹੀਦੀ ਹੈ ਬਸ, ਤੇ ਪ੍ਰੂਫ ਦਿਖਾ ਕੇ ਆਪਾਂ ਜਾ ਸਕਦੇ ਹਾਂ। ਬ੍ਰਾਂਪਟਨ ਦੇ ਵਿੱਚ ਵੀ ਇਸ ਵਾਰੀ ਤਾਂ 에ਅਰ ਪੋਲਿਊਸ਼ਨ ਕਾਫੀ ਜ਼ਿਆਦਾ ਵਧਿਆ ਵਾ। ਸੋ ਪਟਾਕੇ ਚਲਾਉਣ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਹਾਲਾਂਕਿ ਤੁਸੀਂ ਵੀ ਥੋੜੇ ਜਿਹੇ ਚਲਾਏ ਜ਼ਰੂਰ ਨੇ। ਚਲਾਏ, ਹਾਂਜੀ। ਦੇਖੋ, ਕਰੋਨਾ ਤੋਂ ਬਾਅਦ 2 ਸਾਲਾਂ ਬਾਅਦ ਮੇਰੇ ਖਿਆਲ ਇਹ ਦੀਵਾਲੀ ਮੇਰੇ ਖਿਆਲ ਲੋਕਾਂ ਨੇ ਵਧੀਆ ਮਨਾਈ। ਨਹੀਂ ਤਾਂ ਅਦਰਵਾਈਜ਼ ਸਾਰੇ ਸਟ੍ਰੈਸ ਹੀ ਸੀਗੇ, ਕਰੋਨਾ ਚੱਲ ਰਿਹਾ ਸੀਗਾ। ਤੇ ਕਰੋਨਾ ਦੇ ਪੀਰੀਅਡ ਤੋਂ ਨਿਕਲ ਕੇ ਹੁਣ ਸਾਰਿਆਂ ਨੇ ਦੀਵਾਲੀ ਸੈਲੀਬ੍ਰੇਟ ਕੀਤੀ। ਬਰੈਂਪਟਨ ਵਿੱਚ ਵੀ ਬਹੁਤ ਜ਼ਿਆਦਾ ਇੰਡੀਆ ਵਾਂਗੂ ਹੀ ਇੱਥੇ ਵੀ ਮੈਨੂੰ ਕ੍ਰੈਕਰਸ ਦੇਖਣ ਨੂੰ ਮਿਲੇ ਤੇ ਕਾਫੀ ਪੋਲਿਊਸ਼ਨ ਵੀ ਸੀਗਾ ਪੋਲਿਊਸ਼ਨ। ਸੋ ਫਾਈਨਲੀ ਤੁਹਾਡੀ ਵਧੀਆ ਰਹੀ ਦੀਵਾਲੀ, ਸੁੱਖ ਸਾਂਦ ਨਾਲ ਰਹੀ ਸਾਰੀ? ਸੁੱਖ ਸਾਂਦ ਰਹੀ ਜੀ, ਬਹੁਤ ਵਧੀਆ ਰਹੀ ਹੈ। ਸੋ ਗੱਲਬਾਤ ਹੋ ਰਹੀ ਹੈ ਅੱਜ ਦੀਵਾਲੀ ਨੂੰ ਲੈ ਕੇ ਤੇ ਲਵਜੀਤ ਜੀ ਸਾਡੇ ਨਾਲ ਇਸ ਵਕਤ ਮੌਜੂਦ ਨੇ। ਹਾਲਾਂਕਿ ਆਪਣੀ ਬੱਸ ਦਾ ਵੇਟ ਕਰ ਰਹੇ ਸੀ ਬਟ ਚਲੋ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਗਏ ਨੇ। ਲਵਜੀਤ, ਕੀ ਹਾਲ ਚਾਲ ਨੇ ਤੁਹਾਡੇ? ਬਸ ਵਧੀਆ ਮੈਮ, ਤੁਸੀਂ ਸੁਣਾਓ? ਆਲ ਗੁੱਡ। ਕਿੰਨਾ ਟਾਈਮ ਹੋ ਗਿਆ ਇੱਥੇ ਆਏ ਨੂੰ? ਮੈਮ 3 ਮੰਥਸ ਆਲਮੋਸਟ। 3 ਮੰਥਸ। 3 ਮਹੀਨੇ ਦਾ ਐਕਸਪੀਰੀਅੰਸ ਕਿਸ ਤਰੀਕੇ ਦਾ ਲੱਗਿਆ? और एक्सपीरियंस तो काफ़ी अच्छा है बट पंजाब वांग ही लग रहा है ब्रैम्पटन। ਬ੍ਰੈਂਪਟਨ ਇਜ਼ ਆਲਰੇਡੀ ਮਿਨੀ ਪੰਜਾਬ। ਸੋ ਠੰਡ ਵੀ ਆ ਰਹੀ ਹੈ। ਠੰਡ ਦੇ ਬਾਰੇ ਚ ਵੀ ਬਹੁਤਿਆਂ ਨੇ ਕਿਹਾ ਹੋਣਾ ਕਿ ਠੰਡ ਬਹੁਤ ਹੁੰਦੀ ਹੈ। ਸੋ ਕਿਵੇਂ ਦਾ ਲੱਗ ਰਿਹਾ ਠੰਡ ਦਾ? ठंड का मैम इंडिया नालों तो काफ़ी फर्क है। नाले तो स्नो भी कहते पैंदी है। बाकी पहली बार देखा स्नो किदां दी लगदी है। बाकी एक्सपीरियंस देखते हैं। बाकी सुनिया बहुत कुछ है कि स्नो थोड़ी माड़ी भी होंदी है, चंगी भी होंदी है, ब्लैक आइस वगैरह पैंदी है ਤੇ ਪ੍ਰੀਕਾਸ਼ਨਸ ਕਾਫੀ ਜਣੇ ਨੇ ਦਿੱਤੇ ਆ। ਟਰੈਵਲ ਨੂੰ ਲੈ ਕੇ ਇਸ ਵਕਤ ਬੱਸਸ ਜਾਂ ਟ੍ਰਾਂਜ਼ਿਟ ਸਿਸਟਮ ਤੁਹਾਨੂੰ ਠੀਕ ਲੱਗਿਆ ਇੱਥੋਂ ਕੈਨੇਡਾ ਦਾ? ਨਹੀਂ, ਕੈਨੇਡਾ ਦਾ ਤਾਂ ਬਹੁਤ ਵਧੀਆ ਐਸ ਕੰਪੇਅਰ ਟੂ ਦਾ ਪੰਜਾਬ। ਤੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ, ਤੁਹਾਨੂੰ ਪਤਾ ਹੈ ਕਿ ਬੱਸਾਂ ਦਾ ਪਤਾ ਨਹੀਂ ਚੱਲਦਾ ਇੱਥੇ ਔਨ ਟਾਈਮ ਕਿੱਥੇ ਜਾ ਰਹੀ ਹੈ, ਕਿੱਥੋਂ ਕਿੱਦਾਂ ਜਾਏਗੀ, ਸਭ ਕੁਝ ਔਨ ਦਾ ਗੂਗਲ ਮੈਪ ਅਵੇਲੇਬਲ ਹੁੰਦਾ ਹੈ, ਜਿਹੜਾ ਬਹੁਤ ਯੂਜ਼ਫੁਲ ਹੈ ਸਟੂਡੈਂਟ ਵਾਸਤੇ। ਤਾਂ ਸਭ ਤੋਂ ਜ਼ਿਆਦਾ ਪ੍ਰੋਬਲਮ ਕਿਹੜੀ ਚੀਜ਼ ਤੁਸੀਂ ਫੇਸ ਕੀਤੀ ਹੈ? ਥੋੜਾ ਜਿਹਾ ਵੈਦਰ ਵੀ ਕਹਿ ਸਕਦੇ ਹਾਂ ਮੈਮ। ਥੋੜਾ ਜਿਹਾ ਜਿੱਦਾਂ ਕਿ ਨਵੀਂ ਚੀਜ਼ਾਂ ਜਿੱਦਾਂ ਸਾਨੂੰ ਨਹੀਂ ਪਤਾ, ਫੋਰ ਐਗਜ਼ਾਮਪਲ ਕੈਸ਼ਲੈਸ ਟ੍ਰਾਂਜੈਕਸ਼ਨਸ, ਠੀਕ ਹੈ ਜੀ। ਥੋੜਾ ਬੈਂਕ ਐਕਸਪੀਰੀਅੰਸ ਬਹੁਤ ਡਿਫਰੈਂਟ ਇੰਡੀਆ ਨਾਲੋਂ। ਉਹ ਚੀਜ਼ ਤੇ ਵੀ ਬਹੁਤ ਪ੍ਰੋਬਲਮ ਰਹੀ ਹੈ। ਆਨਲਾਈਨ ਕਲਾਸਿਸ ਮੇਨਟੇਨ ਕਰਨੀਆਂ, ਫਿਰ ਵਰਕ ਵੀ ਮੇਨਟੇਨ ਕਰਨਾ, ਕਾਫੀ ਚੀਜ਼ਾਂ ਦਾ ਕਾਫੀ ਪ੍ਰੋਬਲਮਸ ਆਉਂਦੀਆਂ ਨਵੇਂ ਸਟੂਡੈਂਟਸ ਨੂੰ। ਸੋ ਹੁਣ ਫੈਸਟਿਵ ਸੀਜ਼ਨ ਵੀ ਆ ਚੁੱਕਿਆ ਵਾ। ਸੋ ਦੀਵਾਲੀ ਪਹਿਲੀ ਕਿਵੇਂ ਦੀ ਰਹੀ ਕੈਨੇਡਾ 'ਚ? ਦੀਵਾਲੀ ਮੈਮ ਸੱਚੀ ਗੱਲ ਦੱਸੀਏ ਤੇ ਥੋੜੀ ਜਿਹੀ ਰੁੱਖੀ ਰਹੀ ਕਿ ਜਿੱਦਾਂ ਘਰ ਦੇ ਨਹੀਂ ਸੀ ਕੋਲ ਤੇ ਥੋੜਾ ਮਿਸ ਵੀ ਕਰਦੇ ਰਹੇ ਘਰਦਿਆਂ ਨੂੰ। ਤੇ ਉਹ ਚੀਜ਼ ਕਾਫੀ ਮਿਸ ਆਊਟ ਕੀਤੀ। ਕਾਫੀ ਫਲੈਸ਼ਬੈਕਸ ਆਏ ਕਿ ਪਿਛਲੀ ਦੀਵਾਲੀ ਕਿੱਦਾਂ ਦੀ ਗਈ ਸੀ, ਉਸ ਤੋਂ ਪਿਛਲੀ ਦੀਵਾਲੀ ਕਿੱਦਾਂ ਦੀ ਗਈ ਸੀਗੀ। ਬਟ ਜੇ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਮਾਹੌਲ ਬਹੁਤ ਵਧੀਆ ਸੀਗਾ ਦੀਵਾਲੀ ਤੇ। ਕਾਫੀ ਇੱਥੇ ਸੈਲੀਬ੍ਰੇਸ਼ਨਸ ਹੋ ਰਹੀਆਂ ਸੀਗੀਆਂ, ਕਾਫੀ ਨਵੀਂ ਚੀਜ਼ਾਂ ਦੇਖਣ ਨੂੰ ਮਿਲੀਆਂ ਤੇ ਆਲ ਓਵਰ ਵਧੀਆ ਸੀਗੀ ਦੀਵਾਲੀ। ਸੋ ਘਰਦਿਆਂ ਨਾਲ ਗੱਲਬਾਤ ਹੋਈ, ਮਿਸ ਕੀਤਾ ਉਹਨਾਂ ਨੂੰ? ਬਹੁਤ ਮਿਸ ਕੀਤਾ। ਜੈਨੂਅਨ ਜੀ ਗੱਲ ਹੈ, ਨਿਊ ਸਟੂਡੈਂਟਸ ਆ ਤੇ ਮਿਸ ਤੇ ਕਰਾਂਗੇ ਓਬਵੀਅਸਲੀ। ਬਟ ਘਰਦਿਆਂ ਨੇ ਵੀ ਫਿਰ ਹੱਲਾਸ਼ੇਰੀ ਦਿੱਤੀ ਕਿ ਕੋਈ ਨਹੀਂ ਮੁੰਡਿਆ, ਆਇਆ ਤਾਂ ਹੈ ਕੁਝ ਕਰਕੇ ਦਿਖਾਈ। ਕਿੰਨਾ ਟਫ ਲੱਗਦਾ ਆ ਇੰਡੀਆ ਨਾਲੋਂ ਇੱਥੇ ਸਰਵਾਈਵ ਕਰਨਾ ਤੁਹਾਨੂੰ? ਇੰਡੀਆ ਨਾਲੋਂ ਸਰਵਾਈਵਲ ਇੰਨਾ ਟਫ ਨਹੀਂ ਹੈ ਜੇ ਗੱਲ ਕੀਤੀ ਜਾਵੇ। ਜੇ ਤੁਸੀਂ ਐਜੂਕੇਟਿਡ ਹੋ, ਤੁਹਾਨੂੰ ਨੌਲੇਜ ਹੈ, ਤੁਸੀਂ ਕਮਿਊਨੀਕੇਟ ਕਰ ਸਕਦੇ ਹੋ, ਦੈਨ ਤੁਸੀਂ ਆਰਾਮ ਨਾਲ ਸਰਵਾਈਵ ਇੱਥੇ ਕਰ ਸਕਦੇ ਹੋ। ਬਸ ਡਿਪੈਂਡ ਕਰਦਾ ਹੈ ਕਿ ਤੁਸੀਂ ਜ਼ਿਆਦਾ ਖਰਚੀਲੇ ਨਾ ਹੋਵੋ, ਠੀਕ ਹੈ ਜੀ। ਥੋੜਾ ਜਿਹਾ ਕੁੱਟ ਕੇ ਚੱਲੋ, ਦੈਨ ਯੂ ਆਰ ਗੁੱਡ। ਤੁਹਾਡੇ ਰੂਲਸ ਐਂਡ ਰੈਗੂਲੇਸ਼ਨਸ ਦੀ ਗੱਲ ਕੀਤੀ ਜਾਵੇ, ਲਾਅ ਦੀ ਗੱਲ ਕੀਤੀ ਜਾਵੇ, ਕਿਸ ਤਰੀਕੇ ਦਾ ਲੱਗਦਾ? ਮੈਮ ਰੂਲਸ ਤੇ ਓਬਵੀਅਸ ਜੀ ਗੱਲ ਹੈ ਕਿ ਆਪਾਂ ਪੰਜਾਬ ਤੋਂ ਆ ਰਹੇ ਹਾਂ ਕਿ ਸਾਨੂੰ ਰੂਲਸ ਨਹੀਂ ਪੰਜਾਬ ਦੇ ਪਸੰਦ ਤੇ ਕੈਨੇਡਾ ਦੇ ਰੂਲਸ ਵਧੀਆ ਨੇ, ਇਸ ਕਰਕੇ ਉਹ ਡਿਵੈਲਪਡ ਕੰਟਰੀ 'ਚ ਆਉਂਦਾ ਹੈ ਤੇ ਰੂਲਸ ਤੇ ਬਹੁਤ ਵਧੀਆ ਨੇ। ਜੇ ਗੱਲ ਕੀਤੀ ਜਾਏ ਪਬਲਿਕ ਦੇ ਹਿੱਤ ਦੇ ਵਿੱਚ ਨੇ, ਉਹਦੇ ਕਰਕੇ ਲਾਈਫ ਸਟਾਈਲ ਵਧੀਆ ਹੈ ਤੁਹਾਡਾ, ਠੀਕ ਹੈ ਜੀ। ਤੁਹਾਡਾ ਫਿਊਚਰ ਵਧੀਆ, ਐਜੂਕੇਸ਼ਨ ਸਿਸਟਮ ਵਧੀਆ ਹੈ, ਬਹੁਤ ਕੁਝ ਵਧੀਆ ਹੈ ਬਿਕੋਜ਼ ਆਫ ਦ ਰੂਲਸ। ਤੇ ਆਈ ਥਿੰਕ ਰੂਲਸ ਟਫ ਨੇ, ਠੀਕ ਹੈ ਜੀ, ਵਧੀਆ ਨੇ, ਬਾਕੀ ਸਰਵਾਈਵਲ ਵਾਸਤੇ ਜ਼ਰੂਰੀ ਨੇ। ਸਟੱਡੀ ਇੰਡੀਆ ਦੇ ਮੁਕਾਬਲੇ ਕਿੰਨੀ ਕੁ ਟਫ ਜਾਂ ਕਿੰਨੀ ਕੁ ਈਜ਼ੀ ਲੱਗੀ ਤੁਹਾਨੂੰ? ਵੈਲ ਸਟੱਡੀ ਦੀ ਗੱਲ ਕੀਤੀ ਜਾਏ ਤਾਂ ਇੰਡੀਆ ਮੁਕਾਬਲੇ ਥੋੜੀ ਜਿਹੀ ਈਜ਼ੀ ਲੱਗੀ ਮੈਨੂੰ ਬਿਕੋਜ਼ ਆਈ ਐਮ ਰੀਸੈਂਟਲੀ ਪਾਸ ਆਊਟ ਫਰੋਮ ਮਾਈ ਹਾਇਰ ਸਕੂਲ। ਤੇ ਉਸ ਹਿਸਾਬ ਨਾਲ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਈਜ਼ੀ ਹੈ ਕਿਉਂਕਿ ਇੰਡੀਆ ਵਿੱਚ ਹੁੰਦਾ ਕਿ ਮੈਮੋਰਾਈਜ਼ ਕਰਨੀ ਪੈਂਦੀਆਂ ਚੀਜ਼ਾਂ ਤਾਂ ਉਹਨਾਂ ਨੂੰ ਯਾਦ ਰੱਖਣੀ ਪੈਂਦੀਆਂ ਜ਼ਿਆਦਾਤਰ। ਇੱਥੇ ਇੱਦਾਂ ਦਾ ਨਹੀਂ ਹੈ। ਇੱਥੇ ਤੁਹਾਡੇ ਸਕਿੱਲਸ 'ਤੇ ਮੈਟਰ ਕਰਦੇ, ਜ਼ਿਆਦਾਤਰ ਫੋਕਸ ਕਰਦੇ ਕਿ ਤੁਹਾਡੇ ਸਕਿੱਲਸ ਵਧੀਆ ਹੋਣ, ਨਾ ਕਿ ਤੁਹਾਡੀ ਮੈਮੋਰਾਈਜ਼ੇਸ਼ਨ ਜਿਹੜੀ ਪਾਵਰ ਉਹ। ਕੁੜੀਆਂ ਦੀ ਸੇਫਟੀ ਇੱਥੇ ਕਿੰਨੀ ਕੁ ਸਹੀ ਹੈਗੀ ਆ? ਜਿਵੇਂ ਕਈ ਵਾਰੀ ਪੇਰੈਂਟਸ ਵੀ ਵਰਿਡ ਹੁੰਦੇ ਆ ਕਿ ਇਕੱਲੀਆਂ ਕੁੜੀਆਂ ਨੂੰ ਭੇਜੀਏ ਜਾਂ ਨਾ ਭੇਜੀਏ। ਮੈਮ ਸੇਫਟੀ ਦੇ ਮਾਮਲੇ 'ਚ ਤੇ ਬਰੈਂਪਟਨ ਤੇ ਕਾਫੀ ਵਧੀਆ, ਕੈਨੇਡਾ ਖਾਸ ਕਰਕੇ ਗੱਲ ਕੀਤੀ ਤਾਂ ਬਹੁਤ ਵਧੀਆ ਐਸ ਕੰਪੇਅਰ ਟੂ ਪੰਜਾਬ।
ਮੇਰੇ ਹਿਸਾਬ ਨਾਲ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਕੁੜੀ ਅਫਰੇਡ ਕਰਦੀ ਹੈ ਕਿ ਮੈਨੂੰ ਨਾਈਟ ਸ਼ਿਫਟ ਮਿਲ ਸਕੇ। ਉਹ ਜ਼ਿਆਦਾ ਪ੍ਰੈਫਰ ਕਰਦੇ ਆ ਕਿਉਂਕਿ ਸਵੇਰੇ ਉਹ ਮੈਨੇਜ ਕਰ ਲੈਂਦੇ ਨੇ ਕਾਲਜ ਤੇ ਰਾਤ ਨੂੰ ਮੈਨੇਜ ਕਰ ਲੈਂਦੇ ਆਪਣੀ ਸ਼ਿਫਟਸ। ਤੇ ਕੁੜੀਆਂ ਮੈਂ ਬਹੁਤ ਦੇਖੀਆਂ ਜਿਹੜੀ ਜ਼ਿਆਦਾ ਪ੍ਰੈਫਰ ਹੀ ਨਾਈਟ ਸ਼ਿਫਟਸ ਕਰਦੀਆਂ ਨੇ ਕਿਉਂਕਿ ਉਹਨਾਂ ਨੂੰ ਸੇਫ ਮਹਿਸੂਸ ਹੁੰਦਾ ਹੈ, ਕਨਵੀਨੀਅੰਸ ਜ਼ਿਆਦਾ ਵਧੀਆ ਹੁੰਦੀ ਹੈ, ਨਾਲੇ ਕੋਈ ਪ੍ਰੈਫਰੈਂਸ ਆਪਣੇ ਡਿਪੈਂਡ ਵੀ ਕਰਦਾ। ਸੋ ਇੱਕ ਡਾਇਲੌਗ ਆ ਪੰਜਾਬੀ ਮੂਵੀ ਦਾ ਕਿ ਬਗਾਨੇ ਮੁਲਕ 'ਚ ਪੰਜਾਬੀ ਦੇ ਕੰਮ ਆਉਂਦਾ, ਤੁਹਾਡੇ ਕੋਈ ਕੰਮ ਆਇਆ ਇਸ ਵਕਤ? ਨਹੀਂ, ਬਹੁਤ ਕੰਮ ਆਇਆ ਮੈਂ ਐਕਚੁਅਲੀ ਰਹਿੰਦਾ ਵੀ ਪੰਜਾਬੀਆਂ ਨਾਲ, ਕੰਮ ਵੀ ਪੰਜਾਬੀਆਂ ਨਾਲ ਕਰੀਦਾ ਹੈ, ਪੜ੍ਹੀਦਾ ਵੀ ਪੰਜਾਬੀਆਂ ਨਾਲ, ਸਾਰਾ ਕੁਝ ਪੰਜਾਬੀਆਂ ਨਾਲ ਹੀ ਹੈ ਤੇ ਸਾਰੇ ਕੰਮ ਆਉਂਦੇ ਹਨ। ਤੇ ਗੱਲ ਬਿਲਕੁਲ ਸਹੀ ਗਈ ਜਿੰਨੇ ਵੀ ਕਹੀ ਹੈ ਕਿ ਬਗਾਨੇ ਵਾਲੀ ਪੰਜਾਬੀ ਦੇ ਕੰਮ। ਨਵਦੀਪ, ਵੈਲਕਮ ਟੂ ਹਮਦਰ ਟੀਵੀ। ਥੈਂਕ ਯੂ। ਦੀਵਾਲੀ ਕਿਸ ਤਰੀਕੇ ਨਾਲ ਰਹੀ? ਫਿਰ ਆਲਮੋਸਟ 2 ਸਾਲ ਬਾਅਦ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ, ਕਿੱਦਾਂ ਮਨਾਈ ਤੁਸੀਂ? ਦੀਵਾਲੀ ਕਲੋਜ਼ ਫਰੈਂਡਸ ਦੇ ਨਾਲ, ਫੈਮਿਲੀ ਦੇ ਨਾਲ ਹੀ ਬਸ। ਅਦਰਵਾਈਜ਼ ਤਾਂ ਇੱਥੇ ਤਾਂ ਕੰਮ ਹੀ ਹੁੰਦਾ, ਬਟ ਯਾਰ ਰੌਣਕਾਂ ਸੀਗੀਆਂ ਇੱਥੇ ਆ, ਖਾਸ ਕਰਕੇ ਇੱਥੇ ਪਲਾਜ਼ਾ 'ਚ ਵਧੀਆ ਸੀ। ਸੋ ਆਲਮੋਸਟ 2 ਸਾਲ ਬਾਅਦ ਅਸੀਂ ਦੇਖਿਆ ਸ਼ਾਪਸ ਦੇ ਉੱਤੇ, ਮਠਿਆਈ ਦੀਆਂ ਦੁਕਾਨਾਂ ਦੇ ਉੱਤੇ, ਇਨਫੈਕਟ ਗੁਰੂ ਘਰਾਂ ਦੇ ਵਿੱਚ, ਮੰਦਿਰਾਂ ਦੇ ਵਿੱਚ, ਧਾਰਮਿਕ ਥਾਵਾਂ ਤੇ ਕਾਫੀ ਜ਼ਿਆਦਾ ਰੌਣਕਾਂ ਸੀਗੀਆਂ, ਬਟ ਨਾਲ ਹੀ ਪਟਾਕੇ ਇਸ ਵਾਰੀ ਬਹੁਤ ਚੱਲੇ ਨੇ। ਹਾਂਜੀ, ਬਸ ਉਹ ਇੱਕ ਹੁੰਦਾ ਦੀਵਾਲੀ ਦਾ ਸ਼ੁਰੂ ਤੋਂ ਹੀ ਇੱਕ ਚਾਅ ਹੁੰਦਾ ਥੋੜਾ, ਤੇ ਪਰ ਮੈਂ ਖੁਦ ਵੀ ਪਟਾਕੇ ਲਏ ਸੀ, ਬਟ ਹਾਂਜੀ ਥੋੜਾ ਫੀਲ ਹੋਇਆ ਕਿ ਮਤਲਬ ਵੀ ਕਾਫੀ ਆ ਪੋਲਿਊਸ਼ਨ ਕਰ ਰਹੇ ਆ ਜਾਂ এনवायरमेंट ਨੂੰ ਖਰਾਬ ਕਰ ਰਹੇ ਆ ਆਪਾਂ। ਸੋ ਹਾਂਜੀ, ਥੋੜੀ ਰਿਸਪੌਂਸਿਬਿਲਿਟੀ ਨਾਲ ਕਰਨਾ ਪੈਣਾ, ਮੇਬੀ ਇੰਪਰੂਵ ਵੀ ਕਰਨਾ ਪੈਣਾ ਆਪਣੀ ਕਮਿਊਨਿਟੀ ਨੂੰ। এনवायरमेंट ਕਿ ਆਪਾਂ ਜਿਵੇਂ ਹੁਣ ਪਿੱਛੋਂ ਕੰਟਰੀ ਛੱਡ ਕੇ ਜੇ ਆਏ ਆ ਤਾਂ ਇੱਥੇ ਆਉਣ ਦਾ ਬੇਸਿਕਲੀ ਮਤਲਬ ਕੀ ਹੈ ਕਿ ਆਪਾਂ ਪਿੱਛੇ ਵੀ ਦੱਸਦੇ ਹਾਂ ਕਿ ਇੱਥੇ ਸਾਡੇ এনवायरमेंट ਬਹੁਤ ਸਾਫ਼ ਹੈ, ਹਰੇਕ ਚੀਜ਼ ਕਲੀਨ ਹੈ। ਸੋ ਥੋੜਾ ਜਿਹਾ ਹੈ ਕਿ ਹਾਂਜੀ ਆਪਾਂ ਖੁਦ ਹੀ ਰਿਸਪੌਂਸਿਬਲ ਆ ਉਹਦੇ ਲਈ। ਪਰ ਇੰਡੀਆ ਨੂੰ ਕਿੰਨਾ ਕੁ ਮਿਸ ਕੀਤਾ? ਇੰਡੀਆ ਦੀਆਂ ਦੀਵਾਲੀਆਂ ਕਿੰਨੀਆਂ ਕੁ ਮਿਸ ਕਰਤੀਆਂ? ਡੈਫੀਨਿਟਲੀ ਦੀਵਾਲੀ ਇੰਡੀਆ ਦੀ ਹੁੰਦੀ ਹੈ, ਇੱਥੇ ਤਾਂ ਜਸਟ ਠੀਕ ਹੈ, ਬਟ ਹਾਂਜੀ ਹੁਣ ਬਰੈਂਪਟਨ 'ਚ ਰਹਿੰਦੇ ਹੋਏ ਸ਼ਾਇਦ ਇੰਨਾ ਬੰਦੇ ਨੂੰ ਨਹੀਂ ਫੀਲ ਹੁੰਦਾ ਕਿ ਨਹੀਂ ਵੀ ਇੱਥੇ ਤਾਂ ਡੈਫੀਨਿਟਲੀ ਸਾਰੇ ਆਪਣਾ ਫੀਲ ਸੀ, ਐਟਮੋਸਫੀਅਰ ਸੀਗਾ ਪ੍ਰੋਪਰ ਉਹੀ। ਬਟ ਇੱਕ ਬੈਡ ਪੁਆਇੰਟ ਆਇਆ ਕਿ ਇਸ ਵਾਰੀ ਦੀਵਾਲੀ ਜਿਹੜੀ ਆ ਇਹ ਵੀਕਐਂਡ ਤੇ ਬਜਾਏ ਵੀਕਡੇਜ਼ 'ਚ ਆ ਗਈ, ਥਰਸਡੇ ਦੀ ਆ ਗਈ, ਫਿਰ ਸ਼ਿਫਟ ਲਗਾਈ ਜਾਂ ਫਿਰ ਛੁੱਟੀ ਕੀਤੀ? ਨਹੀਂ, ਉਹ ਥੋੜੀ ਵੰਡੀ ਗਈ, ਇੱਕ ਪਿਛਲੇ ਵੀਕਐਂਡ 'ਚ ਵੰਡੀ ਗਈ, ਇੱਕ ਅੱਗੇ ਵਾਲੇ ਵੀਕਐਂਡ 'ਚ ਵੰਡੀ ਗਈ। ਸੋ ਵਧੀਆ ਸੀ। ਸੋ ਏਦਾਂ ਮਤਲਬ ਵੰਡ ਕੇ ਮਨਾ ਲਈ ਦੀਵਾਲੀ। ਹਾਂਜੀ, ਐਕਸਪੀਰੀਅੰਸ ਤੁਹਾਡਾ ਵਧੀਆ ਰਿਹਾ ਦੀਵਾਲੀ ਦਾ ਓਵਰਆਲ? ਹਾਂਜੀ ਵਧੀਆ ਸੀ ਐਕਸਪੀਰੀਅੰਸ। ਕਾਫੀ ਸਾਲ ਹੋ ਗਏ, ਆਈ ਥਿੰਕ ਪਿਛਲੇ ਸਾਲ ਤਾਂ ਪਤਾ ਹੀ ਨਹੀਂ ਲੱਗਿਆ ਵੀ ਹਾਂਜੀ ਸੀ, ਬਟ ਇਸ ਵਾਰ ਅੱਛਾ ਸੀ। ਤੇ ਦੀਵਾਲੀ ਹਮੇਸ਼ਾ ਇੱਥੇ ਹੀ ਮਨਾਉਂਦੇ ਹੋ ਜਾਂ ਫਿਰ ਕਦੇ ਵਾਪਸ ਲੁਧਿਆਣੇ ਵੀ ਗੇੜਾ ਵੱਜਦਾ? ਨਹੀਂ, ਉਧਰ ਦੀਵਾਲੀ ਮਨਾਉਣ ਨਹੀਂ ਗਏ, ਉਹ ਗੇੜੇ ਮਾਰਦੇ ਰਹੇ ਆ। ਤੇ 24-25 ਸਾਲ 'ਚ ਕਿਵੇਂ ਦਾ ਲੱਗਿਆ ਇੱਥੇ? ਇਸ ਵਾਰ ਲਗਭਗ 2 ਸਾਲ ਬਾਅਦ ਦੁਬਾਰਾ ਦੀਵਾਲੀ ਮਨਾਉਣ ਦਾ ਮੌਕਾ? ਪਿੱਛੇ ਕਰੋਨਾ ਆ ਗਿਆ ਸੀ, ਉਦੋਂ ਮਨਾਈ ਨਹੀਂ, ਤੇ ਐਤਕੀ ਜਵਾਕਾਂ ਨੇ ਚੰਗੇ ਪਟਾਕੇ ਚਲਾਏ। ਮੈਂ ਘਰੇ ਹੋਰ ਲੱਡੂ ਜਲੇਬੀ ਉਰਾ ਪਰਾ ਬਥੇਰਾ ਖਾਧਾ ਪੀਤਾ, ਗੁਰਦੁਆਰੇ ਹੀ ਗਏ ਜਵਾਕ। ਹਾਂ, 25 ਸਾਲ ਪਹਿਲਾਂ ਇੰਨੀਆਂ ਰੌਣਕਾਂ ਨਹੀਂ ਹੁੰਦੀਆਂ ਹੋਣੀਆਂ ਇੱਥੇ ਦੀਵਾਲੀ ਦੀਆਂ ਜਿੰਨੀਆਂ ਹੁਣ ਹੋਣ ਲੱਗ ਪਈਆਂ। ਨਹੀਂ ਰੌਣਕਾਂ ਤਾਂ ਪਹਿਲਾਂ ਵੀ ਐਵੇਂ ਹੁੰਦੀਆਂ, ਇਵੇਂ ਚੱਲੀ ਜਾਂਦਾ ਕੰਮ। ਫਿਰ ਉਹ ਸਾਰਾ ਕੁਝ ਕਰਦੇ ਹੋ ਜੋ ਇੰਡੀਆ 'ਚ ਹੁੰਦਾ ਸੀ ਦੀਵਾਲੀ ਵੇਲੇ? ਗੁਰਦੁਆਰਾ ਸਾਹਿਬ ਜਾਣਾ, ਮੱਥਾ ਟੇਕਣਾ, ਘਰੇ ਇੰਡੀਆ 'ਚ ਜੂੜਾ ਜਾਲਾ ਵੀ ਖੇਡਣ ਜਾਂਦੇ ਸੀ ਦੀਵਾਲੀ ਵਾਲੇ ਦਿਨ। ਇੱਥੇ ਹੁੰਦਾ ਐਵੇਂ ਦਾ ਕੁਝ? ਇਹ ਨਹੀਂ, ਇੱਥੇ ਨਹੀਂ, ਨਾ। ਤੇ ਬੱਚਿਆਂ ਨੂੰ ਪਤਾ? ਬੱਚਿਆਂ ਨੂੰ ਦੱਸ ਦਿੰਦੇ ਵੀ ਦੀਵਾਲੀ ਕੀ ਹੈਗੀ ਆ, ਕਿਉਂ ਮਨਾਈ ਜਾਂਦੀ? ਉਹ ਦੱਸੀ ਦਾ ਜਵਾਕਾਂ, ਉਹ ਪੜ੍ਹੇ ਇੱਥੇ ਅੰਗਰੇਜ਼ੀ ਜਾਣਦੇ ਜਵਾਕ, ਉਹਨਾਂ ਨੂੰ ਦੱਸੀ ਦਾ ਵੀ ਕਾਹਦੀ ਮਨਾਉਂਦੇ ਆ, ਫਿਰ ਦੱਸੀ ਦਾ ਉਹਨਾਂ ਨੂੰ। ਤੇ ਬੱਚੇ ਫਿਰ ਪੂਰਾ ਐਕਸਾਈਟਿਡ ਸੀਗੇ ਇਸ ਵਾਰੀ ਦੀਵਾਲੀ ਮਨਾਉਣ ਨੂੰ ਲੱਗੇ? ਉਹਨਾਂ ਨੇ ਪਟਾਕੇ ਚਲਾਏ ਰਾਤ ਦੇ 12 ਵਜੇ ਤੱਕ। ਪਰ ਇਹ ਮੁਲਕ ਦੀ ਆ ਚੀਜ਼ ਚੰਗੀ ਆ ਕਿ ਅਸੀਂ ਆਪਣੇ ਤਿੱਥ ਤਿਉਹਾਰ ਇੱਥੇ ਮਨਾ ਲੈਂਦੇ ਆ, ਸਾਨੂੰ ਉਹ ਇਜਾਜ਼ਤ ਦੇ ਦਿੰਦੇ ਆ। ਇਜਾਜ਼ਤ ਹੀ ਆ ਆਪਣੇ, ਕਿਹੜਾ ਕੋਈ ਰੋਕ ਠੋਕ ਨਹੀਂ ਹੈਗੀ। ਕੈਨੇਡਾ ਕਹਿ ਸਕਦੇ ਹੋ ਸਭ ਤੋਂ ਵਧੀਆ ਮੁਲਕਾਂ 'ਚੋਂ ਇੱਕ? ਬਿਲਕੁਲ, ਵਧੀਆ ਕਰਕੇ ਤਾਂ ਇੱਥੇ ਬੈਠੇ ਆ। ਸਹੀ ਨੇ, ਇੰਡੀਆ ਨਾ ਜਾਈਏ, ਇੰਡੀਆ ਤਾਂ ਮੋਦੀ ਮਾਰ ਕਰੀ ਜਾਂਦਾ। ਪਰ ਜਿਵੇਂ ਅੱਧੇ ਲੋਕ ਕਹਿ ਰਹੇ ਸੀ ਵੀ ਕਿਸਾਨੀ ਅੰਦੋਲਨ ਦਾ ਹਜੇ ਕੁਝ ਨਹੀਂ ਬਣਿਆ ਹੈਗਾ, ਤੇ ਵੀ ਦੀਵਾਲੀ ਅਸਲ 'ਚ ਦੀਵਾਲੀ ਉਦੋਂ ਹੋਊਗੀ ਜਦੋਂ ਉਹਨਾਂ ਦਾ ਵੀ ਕੁਝ ਨਾ ਕੁਝ ਨਤੀਜਾ ਆਊਗਾ। ਇਹ ਤਾਂ ਗੱਲ ਸਹੀ ਹੈ। ਲਗਭਗ 1 ਸਾਲ ਹੋ ਗਿਆ ਉਹਨਾਂ ਨੂੰ ਬੈਠੇ। ਸਾਲ ਹੋ ਗਿਆ ਬੈਠੇ, ਬਹੁਤ ਮਰ ਵੀ ਗਏ ਭਾਈ। ਸੋ ਦੋਸਤੋ, ਇਹ ਸੀ ਬਰੈਂਪਟਨ ਦੇ ਵਿੱਚ ਦੀਵਾਲੀ ਨੂੰ ਲੈ ਕੇ ਲੋਕਾਂ ਨੇ ਆਪਣੇ ਖੱਟੇ ਮਿੱਠੇ ਤਜਰਬੇ ਸਾਂਝੇ ਕੀਤੇ ਤੇ ਇੱਥੇ ਜੋ ਮਾਹੌਲ ਬਣਿਆ ਉਹਦੇ ਬਾਰੇ ਅਸੀਂ ਗੱਲਬਾਤ ਕੀਤੀ। ਬਹੁਤਿਆਂ ਨੇ ਇੰਡੀਆ ਨੂੰ ਵੀ ਮਿਸ ਕੀਤਾ। ਸੋ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਵੈਸੇ ਲਾਈਫ ਇਨ ਕੈਨੇਡਾ ਵਿੱਚ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਸਾਡਾ ਪ੍ਰੋਗਰਾਮ ਪਸੰਦ ਆਉਂਦਾ ਤਾਂ ਇਸ ਨੂੰ ਕਮੈਂਟ, ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਇਸ ਦੇ ਨਾਲ ਹੀ ਕੈਮਰਾਮੈਨ ਰੀਤਿੰਦਰ ਤੇ ਮਨਦੀਪ ਪੂਨੀਆ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰ ਟੀਵੀ। ਸਤਿ ਸ਼੍ਰੀ ਅਕਾਲ।